21 ਤਰੀਕ ਤੋਂ ਸਵੇਰ ਤੋਂ ਸ਼ੁਰੂ ਹੋਇਆ ਜੀ ਤੇ ਨਾਲ ਇੰਨੇ ਦਿਨਾਂ ਦੇ ਵਿੱਚ ਸਾਡਾ ਜਿਹੜਾ ਨਵਾਂ ਸੀਗਾ ਅਸੀਂ ਭੁੱਖ ਹੜਤਾਲ ਵੀ ਨਾਲ ਸ਼ੁਰੂ ਕੀਤੀ ਆ। ਉਹ ਜੀਵਨ ਦੀ ਵਿੱਚ ਘਾਟਾਂ ਸੀਗੀਆਂ, ਮਹਿਕਮੇ ਵਿੱਚ ਘਾਟਾਂ ਨੇ ਤਾਂ ਹੀ ਸਾਨੂੰ ਉਰੋਂ ਭੇਜ ਨਹੀਂ ਸਕੇ, ਤਾਂ ਹੀ ਮਜਬੂਰੀ ਬੰਨੇ ਹੋਰ ਕਿਸੇ ਪਾਸੇ ਜਾਂਦੇ ਨੇ। ਸਾਡਾ ਮੇਨ ਗੇਟ ਘਿਰਿਆ। ਸਾਰੇ ਪੰਜਾਬ ਦੇ ਮਾਨਸਾ, ਮੋਗਾ, ਬਠਿੰਡਾ ਸਾਰੇ ਜ਼ਿਲ੍ਹੇ ਇੱਥੇ ਆਉਂਦੇ ਨੇ ਤੇ ਸਾਰੇ ਬਦਲ ਕੇ ਡਿਊਟੀਆਂ ਲਾਉਣੀਆਂ ਸੀ। ਜਿੰਦਰਾ ਲਾ ਰੱਖਿਆ ਅਸੀਂ ਨਹੀਂ ਬੋਲਦੇ ਕਿ ਜਿੰਨਾ ਚਿਰ ਸਾਡਾ ਕੋਈ ਸੁਣਦੇ ਨਹੀਂ, ਸਰਕਾਰਾਂ ਨਹੀਂ ਸੁਣਦੀਆਂ, ਡਾਇਰੈਕਟਰ ਨਹੀਂ ਸੁਣਦਾ, ਸਾਡੀ ਬੜੀਆਂ ਮੀਟਿੰਗਾਂ ਕਰਨੀਆਂ ਸੀ ਪਰ ਸਾਨੂੰ ਲਾਰੇ ਤੇ ਲਾਰ ਲਾਉਂਦੇ ਆ। ਪਹਿਲਾਂ ਮਤਲਬ ਸਾਨੂੰ ਬੰਦ ਹੀ ਜਾਂਦੇ ਸੀ ਤੇ 30 ਰੁਪਏ ਦੀ ਬਾਜੀ ਗੱਲ ਕਰ ਰਹੇ ਸੀ, 20 ਰੁਪਏ ਸਟਾਫ ਦਾ ਸੀ। ਪਿੱਛੇ ਕੀ ਹੋਇਆ ਮੈਂ ਉਹਦੇ ਸਟਾਰਟਿੰਗ ਸਾਨੂੰ ਜ਼ਿਆਦਾ ਆਰਥਿਕ ਮੰਦ ਤੇ ਉਹਦੇ ਥਰੂ ਮਤਲਬ ਵਾਲਾ ਫ੍ਰੀ ਆਈ ਕਰਾਊਗਾ। 50 ਰੁਪਏ ਕੌਣ ਦੇਊਗਾ? ਫਾਰਮਰ। ਹਸਪੀਟਲਾਂ ਦੇ ਵਿੱਚ ਫ੍ਰੀ ਸੀ ਬਿਲਕੁਲ ਉਦੋਂ। ਹਾਂ, ਉਦੋਂ ਸਾਡਾ ਕੰਮ ਬਹੁਤ ਜ਼ਿਆਦਾ ਮੰਦੇ ਦੇ ਵਿੱਚ ਵੀ ਚਲਿਆ ਗਿਆ। ਇਹਨੂੰ ਮਰਨ ਵਰਤ ਦੇ ਵਿੱਚ ਲੈ ਕੇ ਜਾਵਾਂਗੇ ਅਸੀਂ ਉਦੋਂ। ਭੁੱਖ ਹੜਤਾਲ ਤੇ ਬੈਠੇ ਆ ਤਾਂ ਜੇ ਸਾਨੂੰ ਪ੍ਰੋਟੈਸਟਾਂ ਤੇਜ਼ ਕਰਨਾ ਪਿਆ ਤਾਂ ਇਹਨੂੰ ਮਰਨ ਵਰਤ ਦੇ ਵਿੱਚ ਵੀ ਬਦਲਾਂਗੇ, ਨਹੀਂ ਪਿੱਛੇ ਨਹੀਂ ਹਟਣਾ। ਉਹ 2008 ਦੇ ਵਿੱਚ ਜੀ ਬਕਾਇਦਾ ਪੇਪਰ ਦੇ ਵਿੱਚ ਐਡ ਦਿੱਤੀ ਪਸ਼ੂ ਪਾਲਣ ਵਿਭਾਗ ਨੇ, ਅਸੀਂ AI ਵਰਕਰ ਰੱਖੇ ਗਏ। ਠੀਕ ਹੈ ਜੀ। ਉਹ ਇਹ ਸਕੀਮ ਤੀ ਸਾਨੂੰ ਉਸ ਟਾਈਮ 20 ਰੁਪਈਆਂ ਦਾ ਸੀਮਨ ਸਟਰਾ ਤੀ ਜੋ ਮੱਝਾਂ ਤੇ ਗਾਵਾਂ ਦੇ ਲਾਇਆ ਜਾਂਦਾ ਵੀ ਤੁਸੀਂ 20 ਰੁਪਈਆਂ ਦਾ ਸਾਥੋਂ ਲਓ ਮਹਿਕਮੇ ਤੋਂ, 50 ਰੁਪਈਆਂ ਦਾ ਫਾਰਮਰ ਦੇ ਲਾਓ। ਠੀਕ ਹੈ ਜੀ। ਉਹਦੇ ਵਿੱਚ 30 ਰੁਪਏ ਸੋਡੇ ਨੇ। ਦੇਖੋ ਜੀ 14 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ ਤੇ 30 ਰੁਪਈਆਂ ਨਾਲ ਹੁਣ ਕਿੱਥੇ ਗੁਜ਼ਾਰਾ ਹੁੰਦਾ ਹੈਗਾ ਕੁਛ ਹੈ ਜੀ। ਹਾਂਜੀ। ਤੇ ਮਤਲਬ ਅਸੀਂ ਨੇ ਵੀ ਆਪਣੇ ਬੱਚੇ ਪਾਲਣੇ ਨੇ ਜੀ। ਠੀਕ ਹੈ। ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਹਾਂ। ਸਾਡੀ ਇਹ ਮੰਗ ਹੈਗੀ ਡਾਇਰੈਕਟਰ ਸਾਹਿਬ ਨੂੰ ਵੀ ਸਾਡਾ ਕੋਈ ਹੱਲ ਕੀਤਾ ਜਾਵੇ। ਸਰਕਾਰਾਂ ਨੂੰ ਵੀ ਬਹੁਤ ਮੰਗ ਪੱਤਰ ਦਿੱਤੇ ਜੀ। 10 ਸਾਲ ਬਾਦਲ ਦੀ ਸਰਕਾਰ ਰਹਿ ਗਈ, 5 ਸਾਲ ਫਿਰ ਕਾਂਗਰਸ ਦੀ ਸਰਕਾਰ ਰਹਿ ਗਈ ਜੀ। ਹੁਣ ਭਗਵੰਤ ਮਾਨ ਦੀ ਸਰਕਾਰ ਆਈ ਹੈ, ਬੜੀ ਆਸ ਹੈ ਸਾਨੂੰ ਵੀ ਮਾਨ ਸਾਹਿਬ ਕੁਛ ਕਰਨਗੇ। ਭਰਤੀ ਹੋ ਰਹੀ ਹੈ ਜੀ, ਭਰਤੀ ਹੋ ਰਹੀ ਹੈ BO ਤੇ BI ਦੀ। ਠੀਕ ਹੈ ਜੀ। ਤੇ ਹੋਰ ਕੋਈ ਭਰਤੀ ਨਹੀਂ ਹੋ ਰਹੀ। ਵਰਕਰ ਜੀ ਆਰਟੀਫਿਸ਼ੀਅਲ ਇਨਸੈਮੀਨੇਟਰ ਮਨਸੂਈ ਗਰਭਧਾਨ ਭਰਤੀ ਨਹੀਂ ਹੋਈ। ਤੇ ਮਹਿਕਮਾ ਸਾਥੋਂ ਕੰਮ ਪੂਰਾ ਲੈਂਦਾ, ਜਿਵੇਂ HS ਗਲ ਘੋਟੂ ਦੀ ਵੈਕਸੀਨ ਹੋ ਗਈ, ਮੂੰਹ ਖੁਰ ਦੀ ਵੈਕਸੀਨ ਹੋ ਗਈ ਤੇ ਲੈਂਪੀ ਸਕਿਨ। ਜਿਵੇਂ ਹੁਣ ਪੰਜਾਬ ਦੇ ਵਿੱਚ ਇੰਨਾ ਕਹਿਰ ਆਇਆ ਸੀਗਾ ਗੋਕੇ ਤੇ ਗਾਵਾਂ ਦੇ ਵਿੱਚ, ਲੈਂਪੀ ਸਕਿਨ ਵੈਕਸੀਨ ਆਈ, ਉਹ ਮਹਿਕਮੇ ਦਾ ਅਸੀਂ ਨੇ ਪੂਰਾ ਸਾਥ ਦਿੱਤਾ ਜੀ, ਨਾਲ ਲੱਗ ਕੇ ਲਵਾਈ ਹੈਗੀ। ਸਾਰਾ ਮਹਿਕਮਾ ਕੰਮ ਸਾਥੋਂ ਪੂਰਾ ਲੈ ਰਿਹਾ ਜੀ, ਪਰ ਮਹਿਕਮਾ ਸਾਨੂੰ ਕੁਝ ਦੇ ਨਹੀਂ ਰਿਹਾ। ਇਹ ਸਾਡਾ ਜੀ 21 ਤਰੀਕ ਤੋਂ ਸਵੇਰ ਤੋਂ ਸ਼ੁਰੂ ਹੋਇਆ ਜੀ ਤੇ ਨਾਲ ਇੰਨੇ ਦਿਨਾਂ ਦੇ ਵਿੱਚ ਸਾਡਾ ਜਿਹੜਾ ਨਵਾਂ ਸੀਗਾ ਅਸੀਂ ਭੁੱਖ ਹੜਤਾਲ ਵੀ ਨਾਲ ਸ਼ੁਰੂ ਕੀਤੀ ਆ। ਸਾਡੇ ਵਰਕਰ ਨੇ ਜੀ ਰੈਗੂਲਰ ਭੁੱਖ ਹੜਤਾਲ ਤੇ ਬੈਠਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਰਾਤ ਨੂੰ ਵੀ ਸਾਡਾ ਤੁਸੀਂ ਦੇਖ ਰਹੇ ਹੋ ਉਰੀ ਪੈਣ ਦਾ, ਸੌਣ ਦਾ, ਖਾਣ ਪੀਣ ਦਾ ਸਾਰਾ ਜਿਹੜਾ ਕੰਮ ਆ ਇੱਥੇ ਹੀ ਆ। ਇੱਥੇ ਇਸ ਬਿਲਡਿੰਗ ਦੇ ਨਾ 2 ਗੇਟ ਨੇ ਜੀ। ਮੇਨ ਗੇਟ ਜਿਹੜਾ ਪਸ਼ੂ ਪਾਲਣ ਵਿਭਾਗ ਦਾ ਉਹ ਇਹ ਗੇਟ ਆ ਜਿਹੜਾ ਸਾਡਾ ਅੱਗੇ ਪ੍ਰੋਪਰ ਬੰਦ ਕੀਤਾ ਹੋਇਆ। ਇੱਕ ਹੋਰ ਗੇਟ ਆ ਉਹ ਮਤਲਬ ਕਿ ਕਿਸੇ ਹੋਰ ਵਿਭਾਗ ਦੇ ਇਨਕਮ ਟੈਕਸ ਵਾਲਿਆਂ ਦੇ ਵਿੱਚ ਦੀ ਹੋ ਕੇ ਜਾਂਦੇ ਨੇ ਜੀ। ਦੇਖੋ ਜੇ ਉਹਨਾਂ ਦੀ ਘਾਟਾਂ ਸੀਗੀਆਂ, ਮਹਿਕਮੇ ਵਿੱਚ ਘਾਟਾਂ ਨੇ ਤਾਂ ਹੀ ਸਾਨੂੰ ਉਰੋਂ ਭੇਜ ਨਹੀਂ ਸਕੇ, ਤਾਂ ਹੀ ਮਜਬੂਰੀ ਬੰਨੇ ਹੋਰ ਕਿਸੇ ਪਾਸੇ ਜਾਂਦੇ ਨੇ। ਸਾਡਾ ਮੇਨ ਗੇਟ ਘਿਰਿਆ ਹੋਇਆ ਜੀ। ਪੱਕਾ ਜਿੰਦਰਾ ਜੀ। ਆਉਣ ਵਾਲੇ ਸਮੇਂ 'ਚ ਜੇ ਨਾ ਗੱਲ ਮੰਨੀ ਤਾਂ ਫਿਰ ਇਹਨਾਂ ਦੀ ਗੱਡੀਆਂ ਵੀ ਘੇਰਾਂਗੇ ਜੀ। ਸਾਡਾ ਇਹ ਹੈਗਾ ਵੀ ਦੇਖੋ ਅਸੀਂ ਹੁਣ ਸ਼ਾਂਤਮਈ ਤਰੀਕੇ ਨਾਲ ਕੰਮ ਕਰਦੇ ਹਾਂ। ਜੇ ਸਾਡੇ ਨਾਲ ਕੋਈ ਵਧੀਕੀ ਕਰਦੇ ਨੇ ਤਾਂ ਇਹਨਾਂ ਦੇ ਘਰਾਂ ਤੱਕ ਵੀ ਅਸੀਂ ਇਹਨਾਂ ਦੇ ਘਰ ਵੀ ਘੇਰਾਂਗੇ, ਗੱਡੀਆਂ ਵੀ ਘੇਰਾਂਗੇ, ਫਿਰ ਸਾਰਾ ਕੁਝ ਕਰਨਾ ਪੈਣਾ ਜੀ। ਕਿਉਂਕਿ 14 ਸਾਲ ਸਾਡੀ ਜ਼ਿੰਦਗੀ ਦੇ ਆਖਰੀ ਦੌਰ ਨੇ ਜੀ ਇਹ।
ਕਿਉਂਕਿ ਸਾਡੀ ਪੂਰੀ ਜਵਾਨੀ ਸਾਡੇ ਜੋਸ਼ ਸੀਗਾ ਜਿਹੜਾ ਕੰਮ ਕਰਨ ਦਾ, ਅਸੀਂ ਇੱਥੇ ਲੰਘ ਚੁੱਕੇ ਹਾਂ। ਹੁਣ ਸਾਡੇ ਕੋਲ ਕੰਮ ਸਿੱਖਣ ਦੀ ਸਮਰੱਥਾ ਵੀ ਨਹੀਂ, ਬੱਚਿਆਂ ਵਾਲੇ ਆ ਜੀ, ਤੇ ਹੁਣ ਗੁਜ਼ਾਰਾ ਵੀ ਇੱਥੋਂ ਹੋ ਨਹੀਂ ਰਿਹਾ ਤੇ ਹੋਰ ਪਾਸੇ ਜਾ ਨਹੀਂ ਸਕਦੇ ਜੀ। ਨਵੀਂ ਸਰਕਾਰ ਨੂੰ ਜੀ ਅਸੀਂ ਸਮੇਂ-ਸਮੇਂ ਤੇ, ਜਿਵੇਂ ਸਾਡੇ ਮੰਤਰੀ ਰਹੇ ਨੇ ਕੁਲਦੀਪ ਸਿੰਘ ਧਾਲੀਵਾਲ, ਉਸ ਤੋਂ ਬਾਅਦ ਲਾਲਜੀਤ ਸਿੰਘ ਭੁੱਲਰ, ਦੋਨਾਂ ਨੂੰ ਅਸੀਂ ਬਕਾਇਦਾ ਮਿਲਦੇ ਰਹੇ ਹਾਂ। ਇੱਕ ਵਾਰ ਨਹੀਂ ਜੀ, 10-10 ਵਾਰ ਹੀ ਮਿਲ ਲਏ ਕਮ ਸੇ ਕਮ। ਸਾਡੇ ਮਹਿਕਮੇ ਦੇ ਸੈਕਟਰੀ ਨੂੰ ਵੀ ਮਿਲੇ ਆ ਜੀ, ਮੰਗ ਪੱਤਰ ਦਿੱਤੇ ਨੇ ਤੇ ਤਰਸ ਵੀ ਉਹਨੂੰ ਕਿਹਾ ਵੀ ਸਾਡੇ ਤੇ ਤਰਸ ਖਾਓ ਵੀ, ਹੁਣ ਤਾਂ ਬਹੁਤ ਸਾਲ ਹੋ ਗਏ। ਜੇ ਆਪਾਂ ਸੀਐਮ ਸਾਹਿਬ ਦੀ ਗੱਲ ਕਰੀਏ, ਜਦੋਂ ਸੀਐਮ ਸਾਹਿਬ ਨੂੰ ਪਹਿਲੀ ਵਾਰੀ ਐਮਪੀ ਦੀ ਟਿਕਟ ਮਿਲੀ ਸੀ, ਉਦੋਂ ਸਾਡਾ ਰੋਸ ਪ੍ਰਦਰਸ਼ਨ ਚੱਲ ਰਿਹਾ ਸੀ ਲਾਂਡਰਾ ਟੈਂਕੀ ਤੇ, ਤਾਂ ਉਹ ਰਸਤੇ ਦੇ ਵਿੱਚ ਆ ਕੇ ਆਪਣੀ ਗੱਡੀ ਖੜਾ ਕੇ ਸਾਨੂੰ ਮਿਲ ਕੇ ਸਾਡੀ ਪੂਰੀ ਗੱਲ ਸੁਣਨ ਤੋਂ ਬਾਅਦ ਸਾਨੂੰ ਆਸ਼ਵਾਸਨ ਦਿਵਾਇਆ ਵੀ ਜਿਸ ਦਿਨ ਸਾਡੀ ਸਰਕਾਰ ਆਈ ਤਾਂ ਤੁਹਾਡੇ ਨਾਲ ਇੰਨੀਆਂ ਵਧੀਕੇ ਨਹੀਂ ਹੋਣਗੀਆਂ ਵੀ ਮੇਰੇ ਕਾਰਜਕਾਲ ਦੇ ਵਿੱਚ ਕਮ ਸੇ ਕਮ ਕੋਈ ਐਸਾ ਵਰਕਰ ਨਹੀਂ ਹੋਊਗਾ ਜਿਹੜਾ ਮਤਲਬ ਕਿ ਤੁਹਾਡੇ ਵਾਂਗੂ ਤਰਸੂਗਾ। ਪਰ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਜੀ ਵੀ ਅਸੀਂ ਬੜੀਆਂ ਫੈਕਸਾਂ ਭਗਵੰਤ ਮਾਨ ਜੀ ਦੇ ਮਾਤਾ ਜੀ ਦੇ ਕੋਲ ਵੀ ਅਸੀਂ ਜਿਹੜਾ ਸਾਡਾ ਮੰਗ ਪੱਤਰ ਸੀ, ਉਹਨਾਂ ਦੇ ਡਰਾਈਵਰ ਕੋਲ ਵੀ ਅਸੀਂ ਉਹਨਾਂ ਦਾ ਮੰਗ ਪੱਤਰ ਸੀ, ਕਿਸੇ ਨਾ ਕਿਸੇ ਰੂਪ 'ਚ ਭੇਜਣ ਦੀ ਕੋਸ਼ਿਸ਼ ਕੀਤੀ। ਸੀਐਮ ਸਾਹਿਬ ਸਾਨੂੰ ਖੁਦ ਮੀਟਿੰਗ ਨਹੀਂ ਦੇ ਸਕੇ, ਪਰ ਸਾਡੇ ਮਹਿਕਮੇ ਦੇ ਮੰਤਰੀ ਨੇ ਸਾਨੂੰ ਮੀਟਿੰਗਾਂ ਜ਼ਰੂਰ ਦਿੱਤੀਆਂ, ਪਰ ਕੋਈ ਹੱਲ ਨਹੀਂ ਨਿਕਲਿਆ। ਤੇ ਉਦੋਂ ਦਾ ਅਸੀਂ ਇਹਨਾਂ ਨੂੰ ਯਾਦ ਕਰਾ ਦੇਣਾ ਚਾਹੁੰਦੇ ਹਾਂ ਜੀ ਵੀ ਇੰਨੇ ਸਾਲ ਹੋ ਗਏ, ਉਦੋਂ ਦੀ ਲਟਕਦੇ ਆ ਰਹੇ ਹਾਂ ਜੀ। ਸਾਡੇ ਖਰਚੇ ਤੇ ਮਹਿੰਗਾਈ ਹੈ ਜਿਹੜੀ ਦਿਨੋਂ ਦਿਨ ਵੱਧਦੀ ਜਾਂਦੀ ਹੈ ਤੇ ਸਾਡੀ ਇਨਕਮ ਦਾ ਸੋਰਸ ਆ ਜਿਹੜਾ ਉਹ ਘਟਦਾ ਜਾਂਦਾ। ਬਿਲਕੁਲ ਯਾਦ ਕਰਾਵਾਂਗੇ ਜੀ, ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸੀਐਮ ਸਾਹਿਬ ਜੇ ਸਾਡੀ ਕਿਤੇ ਮਾੜੀ ਮੋਟੀ ਵਿਕਾਰ ਸੁਣਦੇ ਨੇ ਤਾਂ ਉਹ ਦਿਨ ਯਾਦ ਕਰ ਲੈਣ ਜਦੋਂ ਸਾਨੂੰ ਸਾਡੇ ਕੋਲ ਬਹਿ ਕੇ ਮਿਲ ਕੇ ਗਏ ਸੀ ਤੇ ਵਾਅਦਾ ਕਰਕੇ ਗਏ ਸੀ ਲਾਂਡਰਾ ਦੀ ਟੈਂਕੀ ਤੇ ਵੀ ਸਾਡੀ ਸਰਕਾਰ ਜਦੋਂ ਆ ਗਈ ਪਹਿਲ ਦੇ ਤੌਰ ਤੇ ਸੋਚਾਂਗੇ। ਮੈਂ ਕਹਿੰਦਾ ਪਹਿਲ ਦੇ ਤੌਰ ਤੇ ਸਾਡਾ ਨਹੀਂ ਸੋਚਿਆ, ਚਲੋ ਹੁਣੇ ਸੋਚ ਲੈਣ, ਫੇਰ ਵੀ ਅਸੀਂ ਧੰਨਵਾਦੀ ਹੋਵਾਂਗੇ ਜੀ। ਦੇਖੋ ਪਿਛਲੀਆਂ ਸਰਕਾਰਾਂ ਨੇ ਜਿਵੇਂ ਸਾਨੂੰ ਰੱਖਿਆ, ਜਿਸ ਪ੍ਰੋਜੈਕਟ ਅਧੀਨ ਸਵੈ ਰੋਜ਼ਗਾਰ ਅਧੀਨ ਸਾਨੂੰ ਰੱਖ ਲਿਆ, ਮਤਲਬ ਕਿ ਪਿੰਡਾਂ ਦੇ ਵਿੱਚ ਮੰਨ ਲਓ ਜਦੋਂ ਅਸੀਂ ਦਫ਼ਤਰ 'ਚ ਬੈਠ ਕੇ ਅਸੀਂ ਕੰਮ ਕਰਦੇ ਹਾਂ, ਉਹਨਾਂ ਦੇ ਮੁਤਾਬਕ ਤਾਂ ਇਹ ਸੀ ਵੀ ਅਸੀਂ ਵੀ ਸਰਕਾਰੀ ਮੁਲਾਜ਼ਮਾਂ ਤੇ ਸਾਤੋਂ ਉਹ ਕੰਮ ਮਤਲਬ ਕਿ ਕਰਾਉਂਦੇ ਰਹੇ, ਲੱਗਦਾ ਰਿਹਾ ਮਤਲਬ ਕਿ ਮਹਿਕਮੇ 'ਚ ਵੀ ਬੰਦੇ ਹੈਗੇ ਨੇ। ਸਾਡੀ ਗਿਣਤੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਸਮਥਿੰਗ 900 ਸੀ ਜੀ, ਜਿਹੜੀ ਹੁਣ ਘਟਦੇ ਕੰਮ ਛੱਡਦੇ ਦੇਖੋ ਫ੍ਰੀ ਦਾ ਬੰਦਾ ਕਿੱਥੇ ਕਰ ਸਕਦਾ। ਅਸੀਂ ਵੀ ਫਸੇ ਹੋਏ ਹਾਂ, ਕੰਮ ਕੋਈ ਹੋਰ ਸਾਨੂੰ ਮਿਲਿਆ ਨਹੀਂ। ਛੱਡ ਗਏ ਜੀ, ਹੁਣ 450 ਗਿਣਤੀ ਹੈ ਜੀ ਸਾਡੀ ਟੋਟਲ, ਮਤਲਬ ਕਿ ਅੱਧ 'ਚ ਰਹਿ ਗਏ ਜੀ, ਬਹੁਤ ਮੁੰਡੇ ਕੰਮ ਛੱਡ ਗਏ ਜੀ। ਦੇਖੋ ਜੇ ਸਰਕਾਰ ਸਾਨੂੰ ਕੁਝ ਦਿੱਤਾ ਹੁੰਦਾ, ਮਹਿਕਮੇ ਨੇ ਸਾਨੂੰ ਐਡਜਸਟ ਕੀਤਾ ਹੁੰਦਾ ਤਾਂ ਕਿਹਦਾ ਦਿਲ ਕਰਦਾ ਜੀ ਸੜਕਾਂ ਤੇ ਆ ਕੇ ਬੈਠਣ ਨੂੰ। ਸਾਡੀ ਲੋੜ ਤਾਂ ਹੈਗੀ ਹਸਪੀਟਲ 'ਚ, ਲੋੜ ਤਾਂ ਅੱਜ ਦੇ ਸੀਜ਼ਨ ਦੇਖੋ ਜੀ, ਹੁਣ ਦੇ ਟਾਈਮ 'ਚ ਮੈਂ ਦੱਸਣਾ ਜੀ ਜਿਹੜੇ ਗੱਭਣ ਦੇ ਟੀਕੇ ਨੇ ਸਭ ਤੋਂ ਜ਼ਿਆਦਾ ਲੱਗਦੇ ਨੇ, ਕਿਉਂਕਿ ਮੌਸਮ ਗਰਮੀ ਤੋਂ ਬਾਅਦ ਠੰਡਾ ਹੋਣਾ ਸ਼ੁਰੂ ਹੁੰਦਾ ਤੇ ਸਾਡੀ ਲੋੜ ਤਾਂ ਹੈਗੀ ਇੱਕ ਫਾਰਮਰ ਨੂੰ। ਫਾਰਮਰ ਅੱਜ ਪਸ਼ੂ ਪਾਲਕ ਕਿੱਥੋਂ ਤੋਂ ਕਿੱਥੇ ਆ ਗਿਆ, ਕਿੱਡੇ ਘਾਟੇ ਚਲਾ ਗਿਆ, ਕਿੰਨੇ ਪਸ਼ੂ ਮਰ ਗਏ ਜੀ। ਮਤਲਬ ਉੱਥੇ ਵੀ ਅਸੀਂ ਇਹਨਾਂ ਦੀ ਮਦਦ ਕਰਦੇ ਰਹੇ ਹਾਂ ਤੇ ਜੀ ਇੱਥੇ 450 ਬੰਦਾ ਬੈਠਾ ਅੱਜ ਜੋ ਲਾਈਵ ਕੰਮ ਕਰ ਰਿਹਾ, ਜੋ ਮਹਿਕਮੇ ਦੀਆਂ ਹਦਾਇਤਾਂ ਸੀਗੀਆਂ, ਸ਼ਰਤਾਂ ਸੀਗੀਆਂ, ਉਹਨੂੰ ਪਾਰ ਕਰਨ ਤੋਂ ਬਾਅਦ ਆਇਆ ਜੀ। ਇਹ ਜਦੋਂ ਸਾਨੂੰ ਰੱਖਿਆ, ਸਾਡਾ ਮਤਲਬ ਇਸ਼ਤਿਹਾਰ ਆਇਆ ਸੀਗਾ ਜੀ, ਉਦੋਂ ਰੱਖਿਆ ਤਾਂ ਘੱਟੋ ਘੱਟ 20,000 ਬੰਦਿਆਂ ਨੇ ਇੰਟਰਵਿਊ ਦਿੱਤੀ ਸੀ ਤੇ ਜਿਹਦੇ ਵਿੱਚੋਂ ਅਸੀਂ 800-900 ਸਿਲੈਕਟ ਹੋਏ ਸੀ। 800-900 ਨੇ ਟ੍ਰੇਨਿੰਗ ਕੀਤੀ ਆ, 800-900 ਨੇ ਮਤਲਬ ਕਿ ਫੀਲਡ ਦੀ ਟ੍ਰੇਨਿੰਗ ਸ਼ੋ ਕੀਤੀ ਆ, 800-900 ਦੀ ਜਿਹੜੇ ਵੀ ਮਤਲਬ ਕਿ ਸਾਡੇ ਟਾਰਗੇਟ ਸੀ ਉਹ ਪੂਰੇ ਕੀਤੇ ਨੇ। ਸਾਡੀਆਂ ਇੱਕ ਐਪਸ ਦੇ ਵਿੱਚ ਸਾਡੀ ਆਈਡੀ ਬਣਦੀਆਂ, ਉਹ ਆਈਡੀਆਂ ਨੇ ਬਕਾਇਦਾ ਸਾਡੇ ਕੋਲ ਪ੍ਰੂਫ ਨੇ ਜਿਹੜੇ ਕੰਮ ਸਾਤੋਂ ਲਿਖਤੀ ਰੂਪ 'ਚ ਕਰਵਾਏ ਅੰਡਰ ਪ੍ਰੈਸ਼ਰ। ਹਾਂਜੀ ਬਿਲਕੁਲ, ਜਾਨੀ ਕਿ ਉਸ ਤੋਂ ਬਾਅਦ ਕੋਈ ਸਾਰ ਨਹੀਂ ਲਈ, 14 ਸਾਲ ਲੰਘ ਗਏ, ਮਤਲਬ ਉਸ ਤੋਂ ਬਾਅਦ ਕੋਈ ਤੁਹਾਨੂੰ ਉਹ ਨਹੀਂ ਕੀਤਾ? ਬਿਲਕੁਲ ਨਹੀਂ ਜੀ, 14 ਸਾਲ ਮਤਲਬ ਕਿ ਸਾਲ ਵੱਧਦੇ ਗਏ, 9 ਤੋਂ 10 ਤੋਂ 14 ਪਹੁੰਚੇ ਸਾਲ ਵਧੀ ਗਏ, ਪਰ ਸਾਰ ਕਿਸੇ ਨੇ ਲਿੱਤੀ। ਟਾਲ ਮਟੋਲ ਦੀ ਨੀਤੀ ਦੇਖੋ, ਡਾਇਰੈਕਟਰ ਸਾਹਿਬ ਤੇ ਸਰਕਾਰ ਇਕੱਠੀ ਆ, ਸਰਕਾਰ ਕਹੇ ਤੇ ਡਾਇਰੈਕਟਰ ਨਾ ਕਰੇ ਇਹ ਵੀ ਨਹੀਂ ਹੋ ਸਕਦਾ, ਡਾਇਰੈਕਟਰ ਸਰਕਾਰ ਨਾ ਸੁਣੇ ਇਹ ਵੀ ਨਹੀਂ ਹੋ ਸਕਦਾ। ਦੇਖੋ ਇਹਨਾਂ ਦੀ ਖਿਚੜੀ ਆ ਦੋਨਾਂ ਦੀ, ਸਰਕਾਰ ਕਹਿੰਦੀ ਹੈ ਵੀ ਤੂੰ ਟਾਲ ਕੇ ਰੱਖ, ਇਹ ਟਾਲਦੇ ਨੇ। ਇਸ ਕਰਕੇ ਅਸੀਂ ਪੱਕਾ ਮੋਰਚਾ ਲਾ ਲਿਆ ਉਰੇ, ਜਿੰਨਾ ਟਾਈਮ ਸਾਡੇ 'ਚ ਦਮ ਆ, ਜਿੰਨਾ ਟਾਈਮ ਅਸੀਂ ਜਿਉਂਦੇ ਆ, ਕਿਉਂਕਿ ਅਸੀਂ ਘਰੇ ਵੀ ਫਰੀ ਆ, ਅਸੀਂ ਬੈਠਾਂਗੇ ਇਸ ਦਫ਼ਤਰ ਦੇ ਇਸ ਗੇਟ 'ਤੇ ਨਹੀਂ ਨਿਕਲ ਦਿੰਦੇ। ਇਹ ਸਾਡਾ ਇੱਕ ਰੋਸ ਆ। ਬਿਲਕੁਲ, ਅਸੀਂ ਦੇਖ ਰਹੇ ਸੀ ਸਾਰਾ ਸਿਸਟਮ ਤੁਸੀਂ ਇੱਥੇ ਖਾਣ ਪੀਣ ਦਾ ਇੱਥੇ ਪ੍ਰਬੰਧ ਕਰਦੇ ਹੋ, ਇੱਥੇ ਤਿਆਰ ਕਰਦੇ ਹੋ? ਹਾਂਜੀ, ਮਤਲਬ ਕਿ ਦੇਖੋ ਤੁਹਾਨੂੰ ਪਤਾ ਘਰ ਤੋਂ ਬਾਅਦ ਖਾਣਾ ਕਿਹੋ ਜਿਹਾ ਹੁੰਦਾ, ਪਰ ਅਸੀਂ ਜਿਹੋ ਜਿਹਾ ਵੀ ਮਿਲਦਾ ਅਸੀਂ ਆਪ ਤਿਆਰ ਕਰਦੇ ਹਾਂ। ਸਾਡੇ ਟੈਂਟ ਨੇ, ਗੱਦੇ ਨੇ, ਸਪੀਕਰ ਆ, ਜੋ ਸਾਡਾ ਸਮਾਨ ਆ ਅਸੀਂ ਲੈ ਲਿਆ। ਇਹ ਸਾਡਾ ਇੱਕ ਯੂਨੀਅਨ ਨੇ ਸਾਡਾ ਘਰ ਬਣਾ ਲਿਆ। ਮੀਂਹ ਆਵੇ, ਤੂਫਾਨ ਆਵੇ, ਪਿਛਲੇ 4 ਦਿਨ ਦੇਖ ਲਓ ਮੀਂਹ ਕਿੰਨਾ ਪਿਆ ਜੀ, ਅਸੀਂ ਦਿਨ ਰਾਤ ਉਰੇ ਪਿਆ ਜੀ ਗਿੱਲੀਆਂ ਦਰੀਆਂ ਤੇ। ਭੁੱਖ ਹੜਤਾਲ ਫਿਰ ਹਰ ਰੋਜ਼ ਅਲੱਗ-ਅਲੱਗ ਭੁੱਖ ਹੜਤਾਲ ਤੇ ਬੈਠਦੇ? ਹਾਂਜੀ, ਉਹ ਅਲੱਗ ਬੰਦੇ ਬੈਠਦੇ ਨੇ, ਸਾਡੇ ਸਾਥੀ ਨਹੀਂ ਜਿਹੜੇ ਅਲੱਗ ਰੋਜ਼ ਬੈਠਦੇ ਨੇ ਜੀ। ਹਾਂਜੀ, ਬਾਕੀ ਕਿਵੇਂ ਦਾ ਸਿਸਟਮ ਆ? ਸਪੀਕਰ ਵੀ ਲੱਗੇ ਹੋਏ ਨੇ, ਸੰਬੋਧਨ ਵੀ ਕਰਦੇ ਹੋ ਇੱਥੇ, ਸਟੇਜ ਵੀ ਲਾਉਂਦੇ ਹੋ ਤੁਸੀਂ? ਦੇਖੋ ਜੀ, ਅਸੀਂ ਇੱਥੇ ਦੇ ਮਾਹੌਲ ਨੂੰ ਦੇਖਦੇ ਹੋਏ ਪਬਲਿਕ ਆਲੇ ਦੁਆਲੇ ਅਸੀਂ ਡਿਸਟਰਬ ਨਹੀਂ ਕਰਦੇ ਜੀ, ਕਿਉਂਕਿ ਸਾਡੇ ਸ਼ਾਂਤੀਪੂਰਵਕ ਰੋਸ ਆ। ਅਸੀਂ ਸਵੇਰੇ ਸਿਰਫ 20-25 ਮਿੰਟ ਸਟੇਜ ਚਲਾਉਣੇ ਆ ਤੇ ਸ਼ਾਮ ਦੇ ਟਾਈਮ ਜਦੋਂ ਸਟਾਫ ਆਉਂਦਾ ਜਾਂਦਾ ਉਦੋਂ ਸਟੇਜ ਚਲਾਉਣੇ ਆ, ਕਿਉਂਕਿ ਅਸੀਂ ਨਹੀਂ ਕਹਿੰਦੇ ਵੀ ਅਸੀਂ
ਵਾਤਾਵਰਣ ਦੇ ਪ੍ਰੇਮੀ ਆ ਜੀ, ਅਸੀਂ ਪਿੰਡਾਂ 'ਚ ਦਰਖਤ ਲਾਉਣੇ ਆ, ਬਹੁਤ ਕੁਝ ਕਰਦੇ ਆ। ਅਸੀਂ ਪੋਲਿਊਸ਼ਨ ਨਹੀਂ ਫੈਲਾਉਣਾ ਚਾਹੁੰਦੇ, ਇਸ ਕਰਕੇ ਸਟੇਜ ਉਨੀ ਕੁ ਰੱਖੀ ਹੋਈ ਆ ਜਿੰਨੀ ਕਿ ਇਹਨਾਂ ਨੂੰ ਜਾਗਦੇ ਕਹਿ ਸਕੀਏ ਵੀ ਜਾਗਦੇ ਰਹੋ। ਇੰਨੀ ਕੁ ਸਟੇਜ ਚਲਾਉਣੇ ਆ, ਬਾਕੀ ਜ਼ਿਆਦਾ ਸਾਡਾ ਸਟੇਜ ਦਾ ਹੁੰਦਾ ਨਹੀਂ। ਅਸੀਂ ਬੈਠੇ ਹਾਂ ਜੀ ਸ਼ਾਂਤੀ ਤਰੀਕੇ। ਬਿਲਕੁਲ। ਕਦੋਂ ਤੱਕ ਧਰਨਾ ਚੱਲੂ ਤੁਹਾਡਾ? ਜਦੋਂ ਤੱਕ ਜੀ ਉਹ ਸਾਲ ਨਹੀਂ ਹਟਦੇ ਜੀ ਜਿਹੜਾ ਉੱਤੇ ਲਿਖਿਆ ਉਹ ਤੁਸੀਂ ਦਿਖਾ ਸਕਦੇ ਹੋ, ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਆ। ਜਦੋਂ ਤੱਕ ਤਨਖਾਹ ਨਹੀਂ ਲੱਗਦੀ ਜੀ ਉਦੋਂ ਤੱਕ ਬੈਠੇ ਆ, ਚਾਹੇ ਕੱਲ੍ਹ ਨੂੰ ਲਾ ਲੈਣ, ਚਾਹੇ 2-4 ਸਾਲਾਂ ਬਾਅਦ ਲੈਣ, ਬੈਠਣਾ ਅਸੀਂ ਉਰੀ ਹੈ ਜੀ। ਬਤਵਿੰਦਰ ਸਿੰਘ ਜੀ। ਸਾਰੇ ਪੰਜਾਬ ਦੇ ਜੀ, ਮਾਨਸਾ, ਮੋਗਾ, ਬਠਿੰਡਾ ਸਾਰੇ ਜ਼ਿਲ੍ਹੇ ਇੱਥੇ ਆਉਂਦੇ ਨੇ ਤੇ ਸਾਰੇ ਬਦਲ ਕੇ ਡਿਊਟੀਆਂ ਲਾਉਣੀਆਂ ਅਸੀਂ। ਤੇ ਅੱਜ ਜਿਵੇਂ ਸੰਗਰੂਰ ਦੀ ਡਿਊਟੀ ਹੈ ਤੇ ਨਾਲ ਸਾਡੇ ਫਾਜ਼ਿਲਕਾ ਦੇ ਬੈਠੇ ਆ। ਠੀਕ ਹੈ, ਮਤਲਬ ਅਸੀਂ ਇੱਥੇ ਹੀ ਬੈਠਾਂਗੇ ਜਿੰਨਾ ਚਿਰ ਸਾਡੀਆਂ ਤਨਖਾਹਾਂ ਨਹੀਂ ਲੱਗਦੀਆਂ। ਪੂਰਾ ਮਨ ਬਣਾ ਲਿਆ ਜੀ, ਅਸੀਂ ਨਹੀਂ ਇੱਥੋਂ ਜਾਂਦੇ। ਕੇਂਦਰਾ ਲਾ ਰੱਖਿਆ, ਅਸੀਂ ਨਹੀਂ ਖੋਲਦੇ ਹੈਗੇ ਜਿੰਨਾ ਚਿਰ ਸਾਡਾ ਕੋਈ ਸੁਣਦੇ ਨਹੀਂ। ਇਹ ਸਰਕਾਰਾਂ ਨਹੀਂ ਸੁਣਦੀਆਂ, ਡਾਇਰੈਕਟਰ ਨਹੀਂ ਸੁਣਦਾ ਸਾਡੀ। ਬੜੀਆਂ ਮੀਟਿੰਗਾਂ ਕਰੀਆਂ ਨੇ ਅਸੀਂ, ਪਰ ਸਾਨੂੰ ਲਾਰੇ ਤੇ ਲਾਰਾ ਲਾਉਂਦੇ ਆ ਰਹੇ ਆ। ਸਾਨੂੰ ਦੇਖੋ, ਉਮੀਦ ਤਾਂ ਕਰਦੇ ਆ ਕਿ ਜਿਵੇਂ ਇਹਨਾਂ ਨੇ ਵਾਅਦੇ ਕੀਤੇ ਸੀਗੇ ਕਿ ਪਹਿਲ ਦੇ ਆਧਾਰ ਤੇ ਸੁਣਾਂਗੇ ਅਸੀਂ। ਤੇ ਸਾਡੇ ਟੈਂਕੀ ਤੇ ਵੀ ਇੱਧਰ ਸਾਡੇ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਟੈਂਕੀ ਤੇ ਵੀ ਸਾਨੂੰ ਕਿਹਾ ਸੀਗਾ। ਸਰਕਾਰ ਆ ਗਈ ਤੇ ਵੀ ਹੁਣ ਸਾਡਾ ਕੁਛ ਨਾ ਕੁਛ ਹੱਲ ਕਰੋ। 14 ਸਾਲਾਂ ਤੋਂ ਅਸੀਂ ਇੱਕਣੇ ਬੈਠੇ ਆ ਜੀ। ਹੁਣ ਮਹਿੰਗਾਈ ਕਿੱਥੇ ਚਲੀ ਗਈ, ਅਸੀਂ ਕਿਵੇਂ ਦੱਸੋ ਪਰਿਵਾਰ ਦਾ ਗੁਜ਼ਾਰਾ ਕਰੀਏ? ਨਹੀਂ, ਅਸੀਂ ਤਾਂ AI ਕਰਦੇ ਹਾਂ ਜੀ। ਹਾਂ, ਇਲਾਜ ਨਹੀਂ ਕਰਦੇ, ਅਸੀਂ AI ਦਾ ਕੰਮ ਕਰਦੇ ਹਾਂ ਕਿਉਂਕਿ ਸਾਨੂੰ AI ਲਈ ਰੱਖਿਆ ਗਿਆ। ਹਾਂ, ਇਲਾਜ ਨਹੀਂ ਕਰਦੇ ਹੈਗੇ। ਬਾਕੀ ਹੈਲਪ ਅਸੀਂ ਕੀਤੀ ਆ ਲੰਪੀ ਸਕਿਨ 'ਚ, ਸਾਰੇ ਡਾਕਟਰਾਂ ਨਾਲ ਰਹਿ ਕੇ ਅਸੀਂ ਉਹਨਾਂ ਨਾਲ ਹੈਲਪ ਕੀਤੀ ਆ। ਟੀਕੇ ਭਰ ਕੇ ਦਿੰਦੇ ਸੀ ਉਹਨਾਂ ਨੂੰ, ਨਾਲ ਟੀਮਾਂ ਬਣਾ ਕੇ ਅਸੀਂ ਜਾਂਦੇ ਰਹੇ ਉਹਨਾਂ ਦੇ। ਹਾਂ, ਪੂਰੀ ਹੈਲਪ ਕੀਤੀ ਅਸੀਂ ਡਾਕਟਰਾਂ ਦੀ। ਗੁਰਪ੍ਰੀਤ ਸਿੰਘ ਜੀ। ਜੀ ਠੀਕ ਹੈ। ਪਹਿਲਾਂ ਮਤਲਬ ਸਾਨੂੰ ਬਣ ਵੀ ਜਾਂਦੇ ਸੀ, ਜਿਹੜੇ 30 ਰੁਪਏ ਦੀ ਬਾਈ ਜੀ ਗੱਲ ਕਰ ਰਹੇ ਸੀ, 20 ਰੁਪਏ ਦਾ ਸਟਰਾ ਹੁੰਦਾ ਸੀ। ਪਿੱਛੇ ਕੀ ਹੋਇਆ, ਮਹਿਕਮੇ ਦੇ ਵਿੱਚ ਫ੍ਰੀ ਸਟਰਾ ਦੀਆਂ ਵੀ ਸਕੀਮਾਂ ਇਸ ਤਰ੍ਹਾਂ ਆਈਆਂ ਨੇ ਜਿਸ 'ਤੇ ਸਾਨੂੰ ਜ਼ਿਆਦਾ ਆਰਥਿਕ ਮੰਦਹਾਲੀ ਆਈ ਹੈ ਨਾ, ਤੇ ਉਹਦੇ ਥਰੂ ਮਤਲਬ ਵਾਲਾ ਫ੍ਰੀ AI ਕਰਾਊਗਾ। 50 ਰੁਪਏ ਕੌਣ ਦੇਊਗਾ? ਫਾਰਮਰ। ਹਸਪੀਟਲਾਂ ਦੇ ਵਿੱਚ ਫ੍ਰੀ ਸੀ ਬਿਲਕੁਲ ਉਦੋਂ। ਹਾਂ, ਉਦੋਂ ਸਾਡਾ ਕੰਮ ਬਹੁਤ ਜ਼ਿਆਦਾ ਮੰਦੇ ਦੇ ਵਿੱਚ ਵੀ ਚਲਿਆ ਗਿਆ। ਇਹਨੂੰ ਮਰਨ ਵਰਤ ਦੇ ਵਿੱਚ ਲੈ ਕੇ ਜਾਵਾਂਗੇ ਅਸੀਂ ਉਦੋਂ ਬਿਲਕੁਲ, ਜਿੰਨਾ ਚਿਰ ਸਾਡੀ ਸੁਣੀ ਨਹੀਂ ਜਾਂਦੀ। ਬਿਲਕੁਲ ਜੀ। ਕਾਂਗਰਸ ਸਰਕਾਰ ਵੇਲੇ ਵੀ ਮੰਗਾਂ ਰੱਖੀਆਂ ਨੇ ਅਸੀਂ ਨੇ, ਤੇ ਬਾਦਲ ਸਰਕਾਰ ਵੇਲੇ ਤਾਂ ਟ੍ਰੇਨਿੰਗ ਕੀਤੀ ਸੀ, ਉਦੋਂ ਤੋਂ ਹੀ ਲੈ ਕੇ ਮੰਗਾਂ ਮੰਗਦੇ ਆ ਰਹੇ ਹਾਂ ਅਸੀਂ। ਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਵੀ ਚਲੀ ਗਈ ਤੇ ਹੁਣ ਭਗਵੰਤ ਮਾਨ ਜੀ ਦੀ ਸਰਕਾਰ ਆ। ਤੇ ਸਾਡੀ ਇਹੋ ਮੰਗ ਹੈ, 14 ਸਾਲਾਂ ਤੋਂ ਲਗਾਤਾਰ ਅਸੀਂ ਇਹੋ ਮੰਗ ਰੱਖਦੇ ਆ ਰਹੇ ਹਾਂ ਜੀ। ਆਸ ਵੀ ਹੈਗੀ ਹੈ ਜੀ, ਤੇ ਇੱਕ ਸਾਡਾ ਹੁਣ ਏਮ ਵੀ ਬਣ ਗਿਆ ਵੀ ਅਸੀਂ ਇੱਥੋਂ ਹੱਲਣਾ ਨਹੀਂ ਹੈਗਾ। ਕੀਤਾ ਤਾਂ ਹੈ, ਪਰ ਇਸ ਵਾਰ ਇਹ ਆ ਵੀ ਅਸੀਂ ਪ੍ਰਦਰਸ਼ਨ ਨੂੰ ਮਤਲਬ ਕਿ ਠੱਪ ਨਹੀਂ ਕਰਨਾ ਤੇ ਕੁਛ ਲੈ ਕੇ ਹੀ ਹਟਣਾ। ਅਸੀਂ ਭੁੱਖ ਹੜਤਾਲ ਤੇ ਬੈਠੇ ਹਾਂ, ਤਾਂ ਜੇ ਸਾਨੂੰ ਪ੍ਰੋਟੈਸਟਾਂ ਤੇਜ਼ ਕਰਨਾ ਪਿਆ ਤਾਂ ਇਹਨੂੰ ਮਰਨ ਵਰਤ ਦੇ ਵਿੱਚ ਵੀ ਬਦਲਾਂਗੇ ਅਸੀਂ।